Okay, once again, good morning, all the students. Yesterday, we made discussion on uh, characteristic wave impedance, fine. Then intrinsic impedance, how both are related with each other. I mean, transverse intrinsic impedance for transverse electric mode, and then intrinsic impedance for transfer magnetic mode, fine. Then we discussed field configurations of T10, T20, and TM11. Okay. So yesterday we were also talking about circular waveguides, but because of the internet problem, so it was uh, not covered, okay, fully. So today I will discuss circular waveguides. ਸੋ ਹੁਣ ਤੱਕ ਜਿਹੜਾ ਆਪਾਂ ਡਿਸਕਸ ਕੀਤਾ ਸੀ ਉਹ ਰੈਕਟੈਂਗੂਲਰ ਵੇਵਗਾਈਡ ਨਾਲ ਕੀਤਾ। ਰੈਕਟੈਂਗੂਲਰ ਵੇਵਗਾਈਡ ਦੇ ਵਿੱਚ ਟਰਾਂਸਵਰਸ ਇਲੈਕਟ੍ਰਿਕ ਤੇ ਟਰਾਂਸਵਰਸ ਮੈਗਨੈਟਿਕ ਮੋਡਸ ਦੀ ਗੱਲ ਕੀਤੀ, ਆਪਾਂ ਉਹਨਾਂ ਦੇ ਮੈਥਮੈਟੀਕਲ ਐਕਸਪ੍ਰੈਸ਼ਨਸ ਦੀ ਗੱਲ ਕੀਤੀ, ਇੰਟ੍ਰਿੰਸਿਕ ਇੰਪੀਡੈਂਸ ਦੋਨੋਂ ਟਰਾਂਸਵਰਸ ਇਲੈਕਟ੍ਰਿਕ ਤੇ ਟਰਾਂਸਵਰਸ ਮੈਗਨੈਟਿਕ ਮੋਡ ਦੀਆਂ ਰੈਕਟੈਂਗੂਲਰ ਵੇਵਗਾਈਡਸ ਵਿਦ ਰਿਸਪੈਕਟ ਟੂ ਰੈਕਟੈਂਗੂਲਰ ਵੇਵਗਾਈਡਸ ਆਪਾਂ ਉਹਨੂੰ ਡਿਸਕਸ ਕੀਤਾ। ਫਿਰ ਫੇਸ ਵੈਲੋਸਿਟੀ, ਗਰੁੱਪ ਵੈਲੋਸਿਟੀ, ਫੇਸ ਵੈਲੋਸਿਟੀ ਦਾ ਕੱਟ ਆਫ ਫ੍ਰੀਕੁਐਂਸੀ ਤੇ ਕੱਟ ਆਫ ਵੇਵਲੈਂਥ ਨਾਲ ਕੀ ਰਿਲੇਸ਼ਨ ਹੈ, ਇਸ ਤਰੀਕੇ ਨਾਲ ਗਰੁੱਪ ਵੈਲੋਸਿਟੀ ਦਾ ਕੱਟ ਆਫ ਫ੍ਰੀਕੁਐਂਸੀ ਤੇ ਕੱਟ ਆਫ ਵੇਵਲੈਂਥ ਨਾਲ ਕੀ ਰਿਲੇਸ਼ਨ ਹੈ, ਉਹ ਆਪਾਂ ਸਾਰੇ ਇਕੁਏਸ਼ਨਸ ਡਰਾਈਵ ਕੀਤੀਆਂ। ਪਹਿਲਾਂ ਵੀ ਥੋੜਾ ਮੈਥਮੈਟੀਕਲ ਐਕਸਪ੍ਰੈਸ਼ਨਸ ਆਪਾਂ ਜਿਹੜੀਆਂ ਮੈਕਸਵੈਲ ਇਕੁਏਸ਼ਨ ਸੀਗੀਆਂ, ਪ੍ਰੋਪਗੇਸ਼ਨ ਕਾਂਸਟੈਂਟ, ਉਹ ਸਾਰਾ ਡਿਸਕਸ ਕੀਤਾ, ਰਾਈਟ। ਤੋ ਸਰਕੂਲਰ ਵੇਵਗਾਈਡਸ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਰੇ ਹੋਲੋ ਮੈਟਾਲਿਕ ਟਿਊਬਸ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਤਾਂ ਪੂਰਾ ਦਾ ਪੂਰਾ ਇੱਕ ਕੰਡਕਟਰ ਹੈ, ਠੀਕ ਹੈ। ਤੇ ਵਾਲਸ ਤੋਂ ਇਲੈਕਟ੍ਰਿਕ ਫੀਲਡ ਅਸੀਂ ਉਹਦੇ ਨੀਅਰ ਨਹੀਂ ਕਰਦੇ, ਨਾ ਉਹਦੇ ਪੈਰਲਲ ਰੱਖਦੇ ਆ, ਸਿਰਫ ਸੈਂਟਰ 'ਚ ਜਾਂ ਸੈਂਟਰ ਦੇ ਨਜ਼ਦੀਕ ਉਹਦੇ ਵਿੱਚ ਰੱਖਦੇ ਆ, ਤਾਂ ਕਿ ਇਲੈਕਟ੍ਰਿਕ ਫੀਲਡ ਜਿਹੜਾ ਜੇ ਅਸੀਂ ਵਾਲ ਨਾਲ ਉਹਦੇ ਪੈਰਲਲ ਜਾਂ ਉਹਦੇ ਨੀਅਰ ਪ੍ਰੋਪਗੇਟ ਕਰਵਾਈਏ ਤਾਂ ਉਹ ਸ਼ਾਰਟ ਸਰਕਟਿੰਗ ਹੋ ਜਾਏਗਾ, ਠੀਕ ਹੈ। ਜਾਂ ਤਾਂ ਅਸੀਂ ਬਾਉਂਸਿੰਗ ਕਰਾਉਂਦੇ ਹਾਂ ਜਾਂ ਸੈਂਟਰ ਦੇ ਵਿੱਚ ਉਹਦੀ ਸਟਰੈਂਥ ਮੈਕਸਿਮਮ ਰੱਖ ਕੇ ਇਸ ਤਰੀਕੇ ਨਾਲ ਪੈਟਰਨ ਜਿਹੜਾ ਮੋਡਸ ਦਾ ਡਿਸਾਈਡ ਕਰਕੇ ਅਸੀਂ ਕਰਦੇ ਹਾਂ। ਪਰ ਜਿਹੜਾ ਮੈਗਨੈਟਿਕ ਫੀਲਡ ਆ ਟੈਂਜੈਂਸ਼ੀਅਲੀ ਪ੍ਰੋਪਗੇਟ ਕਰਦਾ। ਅੱਛਾ, ਟੂ ਦੀ ਤੇ ਇਨ ਦੀ ਡਾਇਰੈਕਸ਼ਨ ਆਫ ਪ੍ਰੋਪਗੇਸ਼ਨ, ਬਾਉਂਡਰੀ ਕੰਡੀਸ਼ਨ ਦਾ ਵੀ ਖਿਆਲ ਰੱਖਣਾ, ਠੀਕ ਹੈ। ਹੁਣ ਤੱਕ ਸਰਕੂਲਰ ਵੇਵਗਾਈਡ ਕੀ ਆ, ਇਹਦੇ ਡਾਇਮੈਂਸ਼ਨ, ਇਹਦਾ ਕ੍ਰਾਸ ਸੈਕਸ਼ਨਲ ਡਾਇਮੈਂਸ਼ਨ ਰੈਕਟੈਂਗੂਲਰ ਵੇਵਗਾਈਡ ਨਾਲ ਅਲੱਗ ਹੈ, ਓਬਵੀਅਸਲੀ ਇਹਦੀ ਕੱਟ ਆਫ ਵੇਵਲੈਂਥ ਵੀ ਅਲੱਗ ਹੋਏਗੀ। ਸੋ ਹੁਣ ਲੁੱਕ, although rectangular waveguides are mostly used, but circular waveguides are also find its new applications. Clear? In most common applications ਜਿਹੜਾ ਆ ਉਹ ਰਡਾਰ ਸਿਸਟਮ ਆ। ਕਿਹਦੇ ਲਈ? ਸਰਕੂਲਰ ਵੇਵਗਾਈਡ ਜਾਨੀ ਰਡਾਰ ਸਿਸਟਮ ਦੇ ਵਿੱਚ ਇਹਦੀ ਕਾਫੀ ਐਪਲੀਕੇਸ਼ਨਸ ਨੇ, where it provides transmission of electromagnetic energy from radar set to mobile antenna or vice versa, ਜਾਂ ਮੋਬਾਈਲ ਐਂਟੀਨਾ ਤੋਂ ਰਡਾਰ ਸੈਟ ਨੂੰ ਜਾਂ ਰਡਾਰ ਸੈਟ ਤੋਂ ਮੋਬਾਈਲ ਐਂਟੀਨਾ ਨੂੰ। ਮੋਬਾਈਲ ਐਂਟੀਨਾ ਦਾ ਮਤਲਬ ਜਿਹੜਾ ਵਹੀਕਲਸ ਦੇ ਉੱਪਰ ਐਂਟੀਨਾ ਲੱਗੇ ਨੇ, ਠੀਕ ਨਹੀਂ, ਔਰ ਮੂਵ ਕਰਦੇ ਨੇ। ਫਿਰ ਆਪਾਂ ਜਿੱਦਾਂ ਆਰਮੀ ਦੀਆਂ ਵਹੀਕਲਸ ਹੈ, ਜਾਂ ਜਿਹੜੇ ਆਹ ਜਿੱਦਾਂ ਮੈਚ ਦਾ ਜਿਹੜੇ ਲਾਈਵ ਟੈਲੀਕਾਸਟ ਕਰਦੇ ਆ, ਉੱਥੇ ਵੀ ਜਿਹੜੀਆਂ ਮੋਬਾਈਲ ਬੈਨ ਹੁੰਦੀ ਆ, ਠੀਕ ਹੈ। ਤੇ ਉਹਦੀ ਬੋਡੀ ਦੇ ਉੱਪਰ ਹੀ, ਛੱਤ ਦੇ ਉੱਪਰ ਹੀ, ਜਾਨੀ ਰੂਫ ਦੇ ਉੱਪਰ ਹੀ ਇਹ ਇਸ ਤਰੀਕੇ ਦਾ ਸਟਰਕਚਰ ਬਣਾਇਆ ਹੁੰਦਾ ਕਿ ਐਂਟੀਨਾ ਜਿਹੜਾ ਉਹ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਕੈਪਚਰ ਕਰਦਾ, ਠੀਕ ਹੈ। ਫਿਰ ਕੇਜੂ ਬੈਂਡ ਦੇ ਵਿੱਚ ਅੱਗੇ ਉਹ ਟਰਾਂਸਮਿਟ ਕਰਦੇ ਨੇ, ਫਿਰ ਸੈਟੇਲਾਈਟ ਦੇ ਥਰੂ ਕਿ ਫਿਰ ਓਵਰਆਲ ਉਹਦੀ ਬ੍ਰੌਡਕਾਸਟਿੰਗ ਹੁੰਦੀ, ਟਰਾਂਸਮਿਸ਼ਨ ਹੁੰਦੀ ਹੈ, ਠੀਕ ਹੈ। ਐਨੀਵੇ, ਇਟ ਇਜ਼ ਨਾਟ ਪੋਸੀਬਲ ਟੂ ਯੂਜ਼ ਰੈਕਟੈਂਗੂਲਰ ਵੇਵਗਾਈਡਸ in this particular application. अच्छा, radar ਦੀ ਗੱਲ ਕੀਤੀ, because the rotation of antenna would result in the rotation of electric and magnetic fields producing undesired configuration. ਕਿਉਂ ਨਹੀਂ ਆਪਾਂ ਕਹਿੰਦਾ ਯੂਜ਼ ਕਰਦੇ? ਕਾਰਨ ਜਦੋਂ ਐਂਟੀਨਾ ਨੇ ਮੂਵ ਕਰਨਾ ਜਾਂ ਰੋਟੇਟ ਕਰਨਾ, ਉਹਦੇ ਨਾਲ ਕੀ ਆ ਕਿ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡਸ ਦੀ ਵੀ ਰੋਟੇਸ਼ਨ ਹੋਏਗੀ, ਜਿਹਦੇ ਵਜੋਂ ਕੀ ਸਿੱਟਾ ਨਿਕਲੇਗਾ? ਅਨਡਿਜ਼ਾਇਰਡ ਕਨਫੀਗਰੇਸ਼ਨ ਪ੍ਰੋਡਿਊਸ ਹੋ ਜਾਣਗੀਆਂ। ਪਤਾ ਲੱਗ ਗਿਆ? So since circular waveguides are symmetrical, rotation of the mode does not make any difference in its working. So ਜੇ ਅਸੀਂ rectangular waveguide ਦੀ ਗੱਲ ਕਰੀਏ ਰਡਾਰ ਸੈਟ ਵਾਸਤੇ, ਉੱਥੇ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਦੀ ਜਿਹੜੀ ਰੋਟੇਸ਼ਨਸ ਕਰਕੇ ਜੇ ਅਸੀਂ ਕਿਉਂਕਿ ਮੂਵ ਕਰਾਉਣਾ ਤੇ ਅਨਡਿਜ਼ਾਇਰਡ ਕਨਫੀਗਰੇਸ਼ਨ ਪੈਦਾ ਹੋ ਜਾਣਗੀਆਂ। ਪਰ ਸਰਕੂਲਰ ਵੇਵਗਾਈਡਸ ਕਿਉਂਕਿ ਸਿਮੈਟਰੀ ਗੱਲ ਹੈ, ਇੱਥੇ ਜਿਹੜੀ ਮੋਡਸ ਦੀ ਰੋਟੇਸ਼ਨ ਹੈ ਉਹਦਾ ਕੋਈ ਵੀ ਇਹਦੀ ਵਰਕਿੰਗ ਤੇ ਡਿਫਰੈਂਸ ਨਹੀਂ ਬਣੇਗਾ। ਪਤਾ ਲੱਗ ਗਿਆ? ਹੈਲੋ, ਹਾਂਜੀ ਸਰ। ਹਾਂ, ਹੁਣ ਆਪਾਂ ਇਹਦਾ ਬੇਸਿਕ ਬਿਹੇਵੀਅਰ ਡਿਸਕਸ ਕਰਦੇ ਹਾਂ। ਬੇਸਿਕ ਬਿਹੇਵੀਅਰ ਵਿੱਚ ਆ ਦੇਖੋ, ਜਿਵੇਂ ਸਰਕੂਲਰ ਇੱਕ ਵੇਵਗਾਈਡ ਬਣਾਇਆ ਹੋਇਆ, ਠੀਕ ਹੈ, ਇਹਦਾ ਫਰੰਟ ਐਂਡ ਹੈ, ਰਾਈਟ। ਮੰਨ ਲਓ ਜਿੱਦਾਂ ਬਣਾ, ਤੇ ਐਕਸ ਐਕਸਿਸ ਆ, ਵਾਈ ਐਕਸਿਸ ਆ, ਡਾਇਰੈਕਸ਼ਨ ਆਫ ਪ੍ਰੋਪਗੇਸ਼ਨ ਜ਼ੈਡ, ਠੀਕ ਹੈ। ਤੇ ਹੁਣ ਕਿਉਂਕਿ ਸਰਕੂਲਰ ਵੇਵਗਾਈਡ ਆ, ਇਹਦੇ ਵਿੱਚ ਆਪਾਂ ਪੋਲਰ ਕੋਆਰਡੀਨੇਟ ਜਾਂ ਸਰਕੂਲਰ ਕੋਆਰਡੀਨੇਟ ਯੂਜ਼ ਕਰਨੇ ਆ, ਜਾਣੀ ਜਾਂ ਤੇ ਐਂਗਲ ਤੇ ਜਾਂ ਰੇਡੀਅਸ
r, थीटा, इनू पोलर कोऑर्डिनेट्स भी बोलते हैं, ਜਾਂ कई बार ਅਸੀਂ ਇਹਨੂੰ ਸਿਲੰਡਰੀਕਲ ਕੋਆਰਡੀਨੇਟਸ भी बोलते हैं। क्लियर, समझ आ गई? ठीक है। हाँ जी तो सर। जनरल बिहेवियर ऑफ द वेव्स इन सर्कुलर वेवगाइड इज सेम एज इन रेक्टेंगुलर वेवगाइड्स, बिहेवियर तो सेम ही है, बट प्रोपिगेशन ऑफ एनर्जी थ्रू द सर्कुलर वेवगाइड रिजल्ट्स ड्यू टू सक्सेसिव रिफ्लेक्शन ऑफ वेव्स फ्रॉम इट्स वॉल्स। फिर वही गल आ, देखो जी एनर्जी की प्रोपिगेशन होनी है इलैक्ट्रोमैग्नेटिक वेव्स की, वो सक्सेसिव रिफ्लैक्शन होंगी है उहदियां वॉल्स तो, सक्सेसिव रिफ्लैक्शन किहदी, वेव्स दी। ठीक है, इन ए मैनर सिमिलर टू दैट इन द रेक्टेंगुलर वेवगाइड, जिद्दां उहदे विच उदां ही इहदे विच। Hence all definitions, formulae, parameters evaluated for rectangular waveguides are equally applicable to circular waveguides except किस गल तो छड्ड के सिर्फ एक कट ऑफ वेवलेंथ तो। क्यों? क्योंकि ये डायमेंशन उतों अलग आ, बाकी सारा कुछ सेम आ, कट ऑफ वेवलेंथ ये अलग है, रेक्टेंगुलर वेवगाइड की अलग है। ऑब्वियसली फिर यदा डोमिनेट मोड उतो भी अलग होएगा। क्लियर? तो ऑब्वियसली फार्मूला फॉर कट ऑफ वेवलेंथ मस्ट बी डिफरेंट बिकॉज ऑफ द डिफरेंट ज्योमेट्री, कंस्ट्रक्शन अलग गया ना, क्रॉस सेक्शन एरिया अलग गया। सो कट ऑफ वेवलेंथ फॉर ए सर्कुलर वेवगाइड इज गिवन बाई, आ याद रखियो, लैम्डा सी मीन्स कट ऑफ वेवलेंथ 2 पाई आर ओवर ब्रैकेट जे दे पैरां च सबस्क्रिप्ट आर आ, ये की आ, आर जिहड़ा आ ओबवियसली वो तो रेडियस, इंटरनल रेडियस आ किहदा, सर्कुलर वेवगाइड दा। इत्थे जे आर जिहड़ा ना, जे सबस्क्रिप्ट आर, ये सोल्यूशन आ किहदा, बेसल फंक्शन इक्वेशन दा। ठीक है ना, ये कुछ उन्हें स्टैंडर्ड ही पहले ड्राइव किया होया, क्योंकि हायर स्टडी जो तुम बीटेक एमटेक करोगे, जे रिसर्च करोगे तो फिर तो तुहानूं पता लग जाऊगा। तो पॉलीटैक्निक लैवल से जिन्ना कि तुहानूं चाहिए मैं उन्ना ईजी करके दस रहा। आर रेडियस है सर्कुलर वेवगाइड के, इंटरनल रेडियस कह लीजिए, जे आर जो सोल्यूशन ऑफ द बेसल फंक्शन इक्वेशन है, और 2 पाई आर ओबवियसली वो सर्कमफ्रेंस है सर्कुलर वेवगाइड, वो तो पता ही है ना, इन्हू सर्कमफ्रेंस कहते हैं। अच्छा, टू फैसिलिटेट कैलकुलेशन फॉर सर्कुलर वेवगाइड्स the values of this Bessel function equation यानी solution of इनू आप शो किया इन टेबल 3.1 विच फॉर सर्कुलर मोड्स विच आर मोस्टली यूज्ड। हुण मैं दसदा आ टेबल 3.1 इदां दिता, मतलब जिहड़ा जे आर आ वो की है, सोल्यूशन ऑफ बेसल फंक्शन इक्वेशन है, ते जे आर फॉर द प्रिंसीपल मोड्स इन सर्कुलर वेवगाइड्स। तो जिहड़े मेन सर्कुलर वेवगाइड, क्योंकि तो टी भी होना तो टी एम भी होना, टी ई दे विच T01 T11 ते T21 ये एग्जिस्ट करते हैं। ठीक है, इन्हां दा बेसल फंक्शन देखो, पहले आप टी की गल करते हैं। सो जे आप फस्ट मोड आ उहदे लई आ बेसल फंक्शन, ठीक है। सैकंड आ जिहड़ा T11 वो 1.84 है, बेसल फंक्शन की वैल्यू घट है। T2,1 लिए 3.05 है। फिर अगला मोड में जिदा 0,2 वो 7.02 है, T1,2 5.33 है, 2,2 6.71 है। ये दो चार याद रख लो, खास करके जो डोमीनेट मोड है जिवें T11 है, ठीक है, जितना ए है 1.84 है, ਜਾਂ 0,2 ਜਾਂ 0,1 ਜਾਂ 2,1, तो जे सारे याद होने तो बहुत वधिया गल है। जिथों तक ट्रांसवर्स मैग्नैटिक मोड की गल करते हैं, ये भी 1 2 3 4 5 6 मोड दिखाए आ, और ये उन्होंने बेसल फंक्शन इक्वेशन का सोल्यूशन, यानी जिवें 2.4। हुण तुसीं नोट करो, ये भी 6 मोड दिखाते टी दे, ये सब तो घट वैल्यू कि है, शाबाश, TE11 दी। क्लीयर, 1.84 है ना, इधरों कि इधरों कि TM 0,1 2.40, पर जो प्रिंसीपल मोड है TM11 ले लें, कई बार 3.83। ठीक है, सो मतलब ये जो कुछ मोड्स है स्टैंडर्ड ने, कई बार जो न्यूमेरिकल पूछूगा या अदरवाइज पूछूगा प्रिंसीपल जो डोमीनेटिंग मोड्स का तुम याद रख सकते हो। वैसे तो सारे प्रिंसीपल मोड्स ने, पर कुछ एक दी वैल्यू तुम याद रख सकते हो। तो इतने जे आर की इतों पर्टिकुलर वैल्यू सिलेक्ट करो, कट ऑफ वेवलेंथ निकल जाएगी। आर सानू पता ही है इंटरनल रेडियस, वो कहदा वेवगाइड का, तो स्टैंडर्ड डायमेंशनस है। तो यदा मतलब यह है कट ऑफ वेवलेंथ ये इनवर्सली प्रोपोर्शनल है, जिदा आप ऊपर देखा मैथमेटिकल एक्सप्रैशन। क्लीयर ना, आ देखा ना। सो जिन्नी वैल्यू ये घट होगी उन्नी कट ऑफ वेवलेंथ ज़्यादा होगी। सो इतने घट मतलब घट आ देखो 1.84 है, जो मैं 1.84 पुट करता तो यदा मतलब लॉन्गेस्ट कट ऑफ वेवलेंथ निकल आई कि सर्कुलर वेवगाइड की। दूजे पासे इधर 2.40 या 3.83 ये जो मैं पुट करना तो फिर लॉन्गेस्ट कट ऑफ वेवलेंथ इन्हां मोड्स वास्ते ट्रांसवर्स मैग्नैटिक निकल जाऊगी। क्लीयर? हाँ जी सर। हाँ, ठीक है। सो कट ऑफ वेवलेंथ इज इनवर्सली प्रोपोर्शनल टू बेसल फंक्शन
lambda c is the largest value for n mode in which jr is smallest obviously मतलब n number of modes वास्ते ਜਾਂ ਕਿਸੇ ਵੀ ਮੋਡ ਵਾਸਤੇ ਜਿੱਥੇ ਵੀ ਇਹ ਬੈਸਲ ਫੰਕਸ਼ਨ ਦੀ ਵੈਲਿਊ ਘੱਟ ਆ ਉੱਥੇ ਕੱਟ ਆਫ ਵੇਵਲੈਂਥ ਜ਼ਿਆਦਾ ਹੈ ਕਿਉਂਕਿ ਉਹਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ ਹੁਣ ਜਿਵੇਂ t11 ਵਿੱਚ 1.84 ਦਿੱਤਾ ਹੈ ਸਮਾਲੈਸਟ ਵੈਲਿਊ ਹੈ ਇਹਦੀ ਬੈਸਲ ਫੰਕਸ਼ਨ ਦੀ तो ਇਹਦੇ ਲਈ ਫਿਰ ਇਹ ਲਾਰਜੈਸਟ ਕੱਟ ਆਫ ਵੇਵਲੈਂਥ ਨਿਕਲੀ ਆ ਦੇਖੋ ਇੱਥੇ ਪੁੱਟ ਕਰਤਾ ਇਹਨੂੰ ਕੈਲਕੂਲੇਟ ਕਰਕੇ 3.14 r ਆ ਗਿਆ ਤੇ r ਹੁੰਦਾ ਆ ਜਿੱਦਾਂ ਦੇਖ d 2r ਇਹ ਤੋਂ r ਕੱਢਣਾ ਤੇ d 2 ਪਾਈ तो इन टर्म्स ऑफ रेडियस ਤੇ इन टर्म्स ऑफ डाया पई हाँ बच्चे हाँ जी सर आप कट ऑफ वेवलेंथ in terms of radius है कट ऑफ वेवलेंथ in terms of dia ठीक है any value you can remember d diameter circular waveguide ਦਾ ठीक है therefore TE11 mode is dominant mode in circular waveguide ਇੱਥੇ TE11 dominant mode ਹੈ circular waveguide ਵਿੱਚ clear sorry ठीक है for which largest cut of wave मतलब dominant mode ਹੁੰਦਾ ਕਿਹੜਾ ਹੈ ਚਾਹੇ rectangular ਹੋਵੇ ਚਾਹੇ circular waveguide ਲਈ ਹੋਵੇ dominant mode ਉਹ ਆ ਜਿਹਦੇ ਲਈ cut of wavelength highest ਹੈ समझ लगी और frequency घट है for which largest cut of wavelength is one with the smallest value of jr and cut off frequency corresponding to this mode is lowest obviously इस mode ਦੇ corresponding ਜਿਹੜੀ cut off frequency ਘੱਟ ਹੋਣੀ wavelength ਜ਼ਿਆਦਾ ਹੋਣੀ ਆ और smallest value jr ਦੀ ਹੋਣੀ another difference ਕੀ ਆ lies in the different method of mode labeling ਅੱਛਾ mode labeling ਕਿਦਾਂ ਕਰਨੀ ਹੈ which must be used because of the circular cross section ਅੱਛਾ ਇੱਥੇ ਹੁਣ ਆਪਾਂ m ਤੇ n ਦੀ ਵੈਲਿਊ ਕੱਲ ਕਰਨੀ ਹੈ ਦੇਖੋ ਇੱਥੇ ਜਿਹੜਾ ਇੰਟੀਜਰ m ਆ ਨਾਓ ਇਟ ਡਿਨੋਟਸ ਦੀ ਨੰਬਰ ਆਫ ਫੁੱਲ ਵੇਵ ਇੰਟੈਂਸਿਟੀ ਵੇਰੀਏਸ਼ਨ ਪਿੱਛੇ ਵਿੱਚ ਕੀ ਸੀ ਉਹ ਹਾਫ ਵੇਵ ਵੇਰੀਏਸ਼ਨ ਸੀਗੀ ਕਲੀਅਰ ਹਾਂ ਬੱਚੋ ਬੋਲੋ ਹਾਂਜੀ ਸਰ ਹਾਂ ਜਿਹੜੀ m ਸੀਗੀ TE ਮੋਡ ਦੇ ਵਿੱਚ ਰੈਕਟੈਂਗੂਲਰ ਵੇਵਗਾਈਡ ਦੇ ਵਿੱਚ ਉੱਥੇ ਇਹ ਹਾਫ ਵੇਵ ਇੰਟੈਂਸਿਟੀ ਵੇਰੀਏਸ਼ਨ ਸੀਗੀ ਇਲੈਕਟ੍ਰਿਕ ਫੀਲਡ ਦੀ along the broader dimensions ਤੇ along electric field along the n ਜਿਹੜਾ ਸੀਗਾ ਉਹ ਨੈਰੋ ਡਾਈਮੈਂਸ਼ਨ ਦੇ ਅਕ੍ਰੋਸ ਠੀਕ ਹੈ TE ਮੋਡ ਵਾਸਤੇ ਟਰਾਂਸਵਰਸ ਮੋਡ ਵਾਸਤੇ ਉਹੀ ਹਾਫ ਵੇਵ ਵੇਰੀਏਸ਼ਨ ਹੋ ਜਾਣੀ ਆ ਮੈਗਨੈਟਿਕ ਫੀਲਡ ਦੀ ਬ੍ਰੌਡਰ ਤੇ ਉਧਰ n ਨੈਰੋ ਦੇ ਨੈਰੋ ਵਾਲਸ ਤੇ ਅਕ੍ਰੋਸ ਠੀਕ ਹੈ ਨਾ ਸੋ m ਇੱਥੇ ਡਿਨੋਟ ਕੀ ਕਰਦਾ ਇੱਥੇ ਹੁਣ ਇਹ ਡਿਨੋਟ ਕਰਦਾ ਫੁੱਲ ਵੇਵ ਇੰਟੈਂਸਿਟੀ ਵੇਰੀਏਸ਼ਨਸ ਅਰਾਊਂਡ ਦੀ ਸਰਕਮਫਰੈਂਸ ਪਰ n ਕੀ ਰਿਪਰੈਜ਼ੈਂਟ ਕਰਦਾ n ਰਿਪਰੈਜ਼ੈਂਟ ਕਰਦਾ हाफ वेव इंटेंसिटी वेरिएशन ये फर्क है पता लग गया ये हाफ वेव इंटेंसिटी चेंजेस रेडियली आउट फ्रॉम द सेंटर टू द वॉल ये उस चीज को रिप्रेजेंट करता पता लग गया जेडी फुल वेव इंटेंसिटी वेरिएशंस है ये अराउंड द सर्कमफ्रेंस है वो m है इन केस ऑफ सर्कुलर वेवगाइड जेडी n है इट रिप्रेजेंट द नंबर ऑफ हाफ वेव इंटेंसिटी वेरिएशन या चेंजेस रेडियली आउट फ्रॉम द सेंटर टू द वॉल ठीक है सेंटर तो वॉल्स बाहर ਨੂੰ ਰੇਡੀਅਲੀ ਬਾਹਰ ਆਉਣੀਆਂ ਹਾਫ ਵੇਵ ਇੰਟੈਂਸਿਟੀ ਵੇਰੀਏਸ਼ਨ ਉਹ n ਰਿਪਰੈਜ਼ੈਂਟ ਕਰਦਾ ਕਿਹਦੇ ਵਿੱਚ ਸਰਕੂਲਰ ਵੇਵਗਾਈਡ ਦੇ ਸਰਕੂਲਰ ਵੇਵਗਾਈਡ ਦਾ ਹੋਰ ਕੀ ਆ ਇੱਥੇ ਸਿਲੰਡਰੀਕਲ ਕੋਆਰਡੀਨੇਟਸ ਅਸੀਂ ਯੂਜ਼ ਕਰਦੇ ਫॉर ਦੀ ਕੈਲਕੂਲੇਸ਼ਨ ਆਫ ਕੱਟ ਆਫ ਵੇਵਲੈਂਥ ਆਫ ਡਿਫਰੈਂਟ ਸਰਕੂਲਰ ਮੋਡਸ ਤੇ ਡੋਮੀਨੈਂਟ ਮੋਡ ਵਾਸਤੇ m1 ਹੈ ਤੇ n1 ਹੈ ਪਤਾ ਲੱਗ ਗਿਆ ਠੀਕ ਹੈ ਸੋ thus there is full cycle intensity variation along the circumference and half cycle intensity variation along the radius radially outward क्या ना देखो from the center to the wall ठीक है ना इस करके so full cycle intensity variation जेडी along the circumference हो जानी है क्या ना around the circumference इतनी and half cycle intensity variation हो जानी है along the radius ठीक है ਹੁਣ ਆਪਾਂ ਇਹਦੇ ਫੀਲਡ ਪੈਟਰਨ ਦੇਖ ਲੈਣੇ ਕਿਦਾਂ ਦੇ ਦਿਖਾਏ ਹੋਣੇ ਠੀਕ ਹੈ ਫੀਲਡ ਪੈਟਰਨ ਦੀ ਆਪਾਂ ਗੱਲ ਕਰ ਲੈਣੇ ਮੜ ਜਾ ਇਹਨੂੰ ਸਮਾਲ ਕਰਾਂ ਯੈਸ ਹਾਂ ਹੋਰ ਕਰਦਾ ਹਾਂ ਠੀਕ ਹੈ ਨਜ਼ਰ ਆ ਰਿਹਾ ਬੱਚਿਓ जी सर हाँ ਜਿਹੜਾ ਫੀਲਡ ਪੈਟਰਨ ਆ ਜਿੱਦਾਂ ਹੁਣ ਇਹਦੇ ਵਿੱਚ ਦਿਖਾਇਆ 19 ਫਿਗਰ 3.19 a ਦੇ ਵਿੱਚ ਦਿਖਾਇਆ shows the pattern of electric field and magnetic intensities in circular waveguides for two most common modes T11 ਵਾਸਤੇ ਤੇ T01 ਵਾਸਤੇ ਠੀਕ ਹੈ ਸਰਕੂਲਰ ਮੋਡ ਦੇ ਵਿੱਚ ਇਹਦੇ ਵਿੱਚ ਆਪਾਂ ਆ ਮੈਗਨੈਟਿਕ ਫੀਲਡ ਦਿਖਾਇਆ ਆ ਇਲੈਕਟ੍ਰਿਕ ਫੀਲਡ ਦਿਖਾਤਾ ਠੀਕ ਹੈ ਫਰੰਟ ਵਿਊ ਆ ਸਾਈਡ ਵਿਊ ਆ ये भी फ्रंट व्यू आ साइड व्यू आ तो आ ਜਿਹੜੀਆਂ ਲਾਈਨਸ ਆ ਰੇਡੀਅਲੀ ਆਊਟਵਰਡ ਇਹ ਇਲੈਕਟ੍ਰਿਕ ਫੀਲਡ ਦੀ ਵੇਰੀਏਸ਼ਨਸ ਹੈ ਔਰ ਜਿਹੜਾ ਉਹ ਸਰਕੂਲਰ ਲੂਪਸ ਨੇ ਅਲੋਂਗ ਦੀ ਸਰਕਮਫਰੈਂਸ ਉਹ ਮੈਗਨੈਟਿਕ ਲੂਪਸ ਨੇ ਪਤਾ ਲੱਗ ਗਿਆ ਹਾਂ ਜਿੱਦਾਂ ਇਹਦੇ ਵਿੱਚ ਆ ਕ੍ਰਾਸ ਤੇ ਜਿਹੜੇ ਡਾਟ ਆ ਨਾ ਇਹ ਮਤਲਬ ਟੁਵਾਰਡਸ ਮਤਲਬ ਇਦਾਂ ਸ਼ੋ ਕਰਦੇ ਆ ਜਿਹੜੇ ਡਾਈਪੋਲਸ ਡਿਸਾਈਡ ਕਰਦੇ ਇਨ ਤੇ ਆਊਟ
ਇਹ ਉਹ ਆ ਸ਼ਾਇਦ ਤੁਸੀਂ ਮੈਗਨੈਟਿਕ ਮਟੀਰੀਅਲ ਦੇ ਵਿੱਚ ਪੜ੍ਹਿਆ ਹੋਊਗਾ ਬੀ ਦੇ ਵਿੱਚ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਇਹ ਲੂਪਸ ਬਣਦੇ ਨੇ ਇਹਦੇ ਫੀਲਡ ਪੈਟਰਨ ਸਰਕੂਲਰ ਵੇਵਗਾਈਡ ਦੇ ਵਿੱਚ। ਸੋ ਹੇਅਰ ਸੇਮ ਜਨਰਲ ਰੂਲਸ ਅਪਲਾਈ ਐਜ਼ ਫॉर ਰੈਕਟੈਂਗੂਲਰ ਵੇਵਗਾਈਡ ਪੈਟਰਨਸ, ਦੇ ਟਰੈਵਲ ਡਾਊਨ ਦੀ ਵੇਵਗਾਈਡ ਐਟ ਦੀ ਸੇਮ ਰੈਪੀਟੇਸ਼ਨ ਰੇਟ। ਉਹੀ ਲੈਮਡਾ ਜੀ ਵਾਲੀ, ਜਿੱਦਾਂ ਉੱਥੇ ਹਰ ਲੈਮਡਾ ਜੀ ਬਾਅਦ ਰੈਪੀਟੇਸ਼ਨ ਹੁੰਦੀ ਹੈ, ਇੱਥੇ ਵੀ ਲੈਮਡਾ ਜੀ ਬਾਅਦ ਦੀ ਰੈਪੀਟੇਸ਼ਨ ਹੁੰਦੀ ਹੈ, ਮਤਲਬ ਇਸ ਵੇਵ ਲੈਂਥ ਦੀ ਉਹਦੇ ਹਿਸਾਬ ਨਾਲ। ਇਹਦੇ ਐਡਵਾਂਟੇਜ ਕੀ ਹੈ? ਕਈ ਵਾਰੀ ਨਾ ਰੈਕਟੈਂਗੂਲਰ ਵੇਵਗਾਈਡ ਤੇ ਸਰਕੂਲਰ ਵੇਵਗਾਈਡ ਦੇ ਵਿੱਚ ਡਿਫਰੈਂਸ ਆ ਜਾਂਦਾ, ਐਡਵਾਂਟੇਜ ਪੁੱਛ ਲੈਂਦਾ, ਡਿਫਰੈਂਸ ਆ ਜਾਂਦਾ ਵੀ ਦੋਨਾਂ 'ਚ ਫਰਕ ਕੀ ਆ। ਮੈਂ ਪਿੱਛੇ ਐਕਸਪ੍ਰੈਸ ਵੀ ਕੀਤਾ, ਮੈਂ ਤੁਹਾਨੂੰ ਦਿਖਾਣਾ ਆ ਕੇ। ਸਰਕੂਲਰ ਵੇਵਗਾਈਡਸ ਆਰ ਈਜ਼ੀਅਰ ਟੂ ਮੈਨੂਫੈਕਚਰ ਦੈਨ ਰੈਕਟੈਂਗੂਲਰ ਵੇਵਗਾਈਡਸ, they are easier to join together in the usual plumbing fashion। हाँ, जिदा प्लंबर है ना सर्कुलर वेवगाइड एक पाइप में दूजे पाइप में आराम ਨਾਲ जोड़ ਦਿੰਦਾ, ਚੂੜੀ ਲਾ ਕੇ ਥ੍ਰੈਡਿੰਗ ਜੀ ਕਰਕੇ, ਠੀਕ ਹੈ, जोड़ ਦਿੰਦਾ ਨਿੱਪਲ ਦੇ ਨਾਲ ਜਾਂ ਹੈ ਨਾ ਦੋਨੋਂ ਪਾਸੇ, ਜਾਂ ਟੀ ਇਦਾਂ ਬੈਂਡ ਜਿਹਾ ਲਗਾ ਕੇ ਜੋ ਵੀ ਹੈ ਦੋਨੋਂ ਪਾਸੇ जोड़ ਦਿੰਦਾ। तो वो प्लंबिंग फैशन। रैक्टेंगुलर वेवगाइड थोड़ा अनईजी है, ਉਹਨੂੰ ईजी नहीं है मैन्युफैक्चर करना। Rotation of polarization may be overcome by the use of modes that are rotationally symmetrical। ਜਿਹੜੀ polarization ਦੀ ਪ੍ਰੋਬਲਮ ਰੈਕਟੈਂਗੂਲਰ ਵੇਵਗਾਈਡ 'ਚ ਰਹਿੰਦੀ ਹੈ, ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਕਿਉਂਕਿ ਇਹ ਸਿਮੈਟ੍ਰੀਕਲ ਹੈ। ਜਿਹੜੀ ਪੋਲਰਾਈਜੇਸ਼ਨ ਦੀ ਕੋਈ ਜੇ ਪ੍ਰੋਬਲਮ ਆਈ ਵੀ ਹੈ ਤਾਂ ਉਹ ਓਵਰਕਮ ਹੋ ਜਾਂਦੀ ਹੈ ਯੂਜ਼ ਆਫ ਮੋਡਸ that are rotationally symmetrical। ਇੱਥੇ ਉਹਨਾਂ ਨੇ ਮਾੜੀ ਜਿਹੀ ਇੱਕ ਐਗਜ਼ਾਮਪਲ ਲਿਖੀ ਹੈ, ਜਿਵੇਂ TM0,1 is one such mode, ਜਿਹਨੂੰ ਆਪਾਂ ਬੀਚ ਸ਼ੋ ਕੀਤਾ, and T01 is another mode है। कहना TM01 is the most likely preferred mode as compared to T01 mode। क्यों? क्योंकि जेड़ा TM01 mode है, it requires a smaller dia for the same cut of wavelength। क्लियर हो गई गल? मतलब जेड़ा आ मोड आ सेम कट ऑफ वेवलेंथ वास्ते इनू स्मॉल डाया चाहिए, इस करके इनू प्रैफर करते हैं। तो जिथे तक T01 मोड है डज हैव ए प्रैक्टिकल एप्लीकेशन केड़ियां? This mode is offering less attenuation per unit length of the waveguide, especially at frequency in excess of 10 gigahertz। Okay, there is no mode in either rectangular or circular waveguides for which attenuation is lower। कोई ऐसा मोड नहीं दोनों वेवगाइड्स ਦੇ ਵਿੱਚ ਰੈਕਟੈਂਗੂਲਰ ਵੀ ਜਿਹੜਾ ਬਹੁਤ ਘੱਟ ਅਟੈਨੂਏਸ਼ਨ ਲੋ ਕਰਦਾ ਆਫਰ ਕਰਦਾ। ਪਰ ਉੱਥੇ ਜਦੋਂ ਆਪਾਂ ਪਹਿਲਾਂ T1,0 ਡੋਮੀਨੇਟਿੰਗ ਮੋਡ T ਦੇ ਵਿੱਚ ਪੜਿਆ ਸੀ ਰੈਕਟੈਂਗੂਲਰ ਵੇਵ, ਉਹ ਇੱਕ ਐਸਾ ਮੋਡ ਆ ਜਿਹੜਾ ਘੱਟ ਅਟੈਨੂਏਸ਼ਨ ਆਫਰ ਕਰਦਾ ਹੈ, ਮਤਲਬ ਬਾਕੀਆਂ ਮੋਡਸ ਨਾਲੋਂ ਘੱਟ। However, the above said property is important if longer distance waveguide transmission is considered। Disadvantage ਕੀ ਆ circular waveguide ਦੇ? First drawback associated with the circular waveguide is that its cross sectional area ਜਿਹੜਾ ਕਾਫੀ ਵੱਡਾ ਆ ਕਿ ਇਹਦੇ ਨਾਲ ਦੈਨ ਹੈ corresponding rectangular waveguide ਨਾਲ। Used to carry the same signal ਨੂੰ ਕੈਰੀ ਕਰਨ ਵਾਸਤੇ ਸਾਨੂੰ ਇਹਦਾ ਬਿਗਰ ਏਰੀਆ ਚਾਹੀਦਾ, ਕਿਹਦਾ? ਕ੍ਰਾਸ ਸੈਕਸ਼ਨਲ ਏਰੀਆ ਚਾਹੀਦਾ, ਕਿਹਦਾ? ਸਰਕੂਲਰ ਵੇਵਗਾਈਡ ਦਾ, ਕਿਹਦੇ ਨਾਲੋਂ? ਦੈਨ ਦੀ ਕੋਰਸਪੋਂਡਿੰਗ ਰੈਕਟੈਂਗੂਲਰ ਵੇਵਗਾਈਡ। ਸੋ ਹੈਂਸ ਲਿਮਟਡ ਟੂ ਸਰਟਨ ਐਪਲੀਕੇਸ਼ਨ ਓਨਲੀ। ਪਤਾ ਲੱਗ ਗਿਆ? तो इस करके ਇਹਦੀਆਂ ਐਪਲੀਕੇਸ਼ਨਸ ਘੱਟ ਆ, ਕੁਝ ਖਾਸ ਐਪਲੀਕੇਸ਼ਨ ਵਾਸਤੇ ਹੀ ਲਿਮਟਡ। ਮੇਜਰ ਡਰਾਬੈਕ ਸਰਕੂਲਰ ਵੇਵਗਾਈਡ ਵਿੱਚ ਕੀ ਹੈ? ਇਜ਼ ਦੈਟ it's possible for the plane of polarization to rotate during the waves travel through the waveguide due to roughness or discontinuities in the circular cross section। अच्छा, ਇਹਦੇ ਵਿੱਚ drawback ਇਹ ਵੀ ਆ, it is possible for the plane of polarization, यानी पोलराइजेशन का प्लेन जिहड़ा है रोटेट करन लग जाता। कदों? ड्यूरिंग दी वेव्स ट्रैवल थ्रू दी वेवगाइड, जदों वेव ने वेवगाइड विच ट्रैवल करना, जिहड़ा पोलराइजेशन प्लेन ऑफ पोलराइजेशन है वो भी कोशिश है भी वो भी रोटेट करन लग गया ड्यू टू रफनेस एंड डिसकंटिन्यूटीज इन दी सर्कुलर क्रॉस सेक्शन। अंदर पता लग गया, अंदर रफ जा सरफेस हुंदी होगी। फॉर एग्जांपल TE11 मोड जिहड़ा मान लो व्हेन दिस मोड इज प्रोपेगेटिंग थ्रू दी वेवगाइड, ठीक है, इलेक्ट्रिक फील्ड यूजली स्टार्ट्स बीइंग हॉरिजेंटल and thus a receiving mechanism at the other end of the waveguide will be arranged accordingly। ਇਹਦੇ ਨਾਲ ਕੀ ਹੈ ਕਿ ਜਦੋਂ ਉਹਦੀ ਪੋਲਰਾਈਜੇਸ਼ਨ ਚੇਂਜ ਹੋ ਗਈ, ਮਤਲਬ ਮੰਨ ਲਓ ਉੱਧਰ ਜਾ ਕੇ ਫਿਰ ਸਾਨੂੰ ਮੈਨੂੰ ਉਸੇ ਹਿਸਾਬ ਨਾਲ ਉਸ ਐਂਡ ਨੂੰ ਐਡਜਸਟ ਕਰਨਾ ਪਊਗਾ। ਮੰਨ ਲਓ ਦੂਸਰੇ ਐਂਡ ਨੂੰ ਕਹਿੰਦਾ ਨਹੀਂ, ਅਦਰ ਐਂਡ ਆਫ ਦਾ ਵੇਵਗਾਈਡ ਵਿਲ ਬੀ ਅਰੇਂਜਡ ਅਕੋਰਡਿੰਗਲੀ। ਕਿਉਂ? ਕਿਉਂਕਿ ਉਹਦੀ ਪੋਲਰਾਈਜੇਸ਼ਨ ਜਿਹੜੀ ਆ ਉਹ ਵੀ ਤਾਂ ਰੋਟੇਟ ਕਰ ਗਈ ਹੈ ਨਾ। नहीं समझ आ गई? ये कहना मान लो आ मोड जो असीं प्रोपीगेट कराने थ्रू दी वेवगाइड,
ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਕੀ ਹੈ ਯੂਜ਼ਲੀ ਕੀ ਕਰਦਾ ਸਟਾਰਟਸ ਆਊਟ ਬੀਇੰਗ ਹੌਰੀਜ਼ੌਂਟਲੀ। ਮੰਨ ਲਓ ਉਹਨੂੰ ਸਪੋਜ਼ ਪਹਿਲੇ ਐਂਡ ਤੋਂ ਵਰਟੀਕਲੀ ਪ੍ਰੋਪੀਗੇਟ ਕਰਾਇਆ ਤੇ ਜਦੋਂ ਬਾਹਰ ਨਿਕਲਦਾ ਉਹ ਹੌਰੀਜ਼ੌਂਟਲੀ ਨਿਕਲਦਾ। ਇਹਦਾ ਮਤਲਬ ਮੈਨੂੰ ਵੇਵਗਾਈਡ ਦਾ ਦੂਜਾ ਐਂਡ ਉਹਦੇ ਹਿਸਾਬ ਨਾਲ ਐਡਜਸਟ ਕਰਨਾ ਪਊ, ਅਰੇਂਜ ਕਰਨਾ ਪਊ। ਕਲੀਅਰ? ਬੋਲੋ। Yes, sir. हाँ, further, due to infinite number of modes existing in the circular waveguide, it becomes very difficult to separate these modes. अच्छा, बहुत सारे modes exist करते सर्कुलर वेवगाइड में, सो बड़ा डिफिकल्ट हो जाता कि इन्हां मोड्स ਨੂੰ सैपरेट करना। हैंस जे नहीं सैपरेट हो सकते फिर इंटरफेरेंस होनी है। हैंस इंटरफेरेंस टू डोमिनेट मोड इज ऑलवेज देयर, मतलब पॉसिबिलिटी मे बी देयर, इतने देयर होना देन नहीं ऑब्वियसली, क्योंकि बहुत सारे मोड्स है और हर मोड ਨੂੰ ਸੈਪਰੇਟ ਕਰਨਾ ਬੜਾ ਡਿਫਿਕਲਟ ਆ। ਇਸ ਕਰਕੇ ਜਿਹੜਾ ਡੋਮੀਨੈਂਟ ਮੋਡ ਆ ਉਹਦੀ ਇੰਟਰਫੇਰੈਂਸ ਇਹਨਾਂ ਮੋਡਸ ਨਾਲ ਹੋਣੀ ਉਹਦੀ ਪੋਸਿਬਿਲਿਟੀ ਹੋਣੀ। देयरफॉर सर्कुलर वेवगाइड्स आर नॉट प्रेफर्ड मच इन प्रैक्टिस। क्यों? क्योंकि ਜਿਹੜਾ ਡੋਮੀਨੈਂਟ ਮੋਡ ਆ ਉਹਦੀ ਇੰਟਰਫੇਰੈਂਸ ਹੋ ਜਾਂਦੀ ਹੈ, ਰਿਜ਼ਲਟ ਜਿਹੜੇ ਅਨਡਿਜ਼ਾਇਰੇਬਲ ਆ। ਹੈਂਸ ਰੈਕਟੈਂਗੂਲਰ वेवगाइड्स आर द ऑब्वियस चॉइस because propagation in rectangular waveguide is easier to visualize and analyze. Clear? हाँ बच्चों, ओ बोलो, किथे गए? हाँ जी सर। किथे गए हैं मेरे बच्चे? सर इतने सर हैं ਹੁਣ ਆਪਾਂ ਇਹਨਾਂ 'ਚ ਡਿਫਰੈਂਸ ਦੇਖਦੇ ਰੈਕਟੈਂਗੂਲਰ ਵੇਵਗਾਈਡ। ਸਿਰਫ ਆ ਉਲਟਾ ਲਿਖੋਗੇ ਸੀ, ਇਹ ਇੱਧਰ ਆਉਣਾ ਸੀ, ਇਹ ਇੱਧਰ ਆਉਣਾ ਸੀ। ਦੇਖੋ ਆ ਸਰਕੂਲਰ ਹੈ ਨਾ, ਸਰਕੂਲਰ ਲਈ ਵੇਵਗਾਈਡ ਲਈ ਕੱਟ ਆਫ ਵੇਵਲੈਂਥ ਇਦਾਂ ਆ ਕਰੈਕਸ਼ਨ ਕੀਤੀ ਆ। ਤੇ ਜਿਹੜਾ ਰੈਕਟੈਂਗੂਲਰ ਵੇਵਗਾਈਡ ਆ ਉਹਦੀ ਕੱਟ ਆਫ ਵੇਵਲੈਂਥ ਆਇਆ, ਉਹਦੇ ਲਈ ਫਾਰਮੂਲਾ। तो अदरवाइज डिफरेंस की ये मैं सारा दिता। T10 हैज़ द हाईएस्ट वैल्यू कट ऑफ वेवलेंथ लैम्डा सी। ये डोमिनेट मोड है, नैचुरल मोड ऑफ ऑपरेशन ऑफ वेवगाइड भी असं कहने हैं। रैक्टेंगुलर वेवगाइड का कट ऑफ वेवलेंथ जी सर्कुलर वेवगाइड जिथे सही लिखा है पर वो लाइन इधर लिखी गई तो इधर आनी सी, तो रैक्टेंगुलर वेवगाइड की कट ऑफ वेवलेंथ आया। जितों तक सर्कुलर वेवगाइड की गल है, यदा डोमिनेट मोड है T11 मोड इज डोमिनेट मोड इन सर्कुलर वेवगाइड बिकॉज ऑफ लार्जेस्ट कट ऑफ वेवलेंथ। पता लग गया? इतने जे आर बेसल फंक्शन सोल्यूशन ऑफ बेसल फंक्शन इक्वेशन। तीसरा डिफरेंस की है, T10 डोमिनेट मोड ऑफर्स लो लॉस एंड डिस्टॉर्शनलेस ट्रांसमिशन ऑफ रेक्टेंगुलर वेवगाइड। इतने T11 डोमिनेट मोड वो भी ऑफर लो लॉस एंड डिस्टॉर्शनलेस ट्रांसमिशन सर्कुलर वेवगाइड। रेक्टेंगुलर वेवगाइड is difficult to manufacture, circular waveguide easier to manufacture। rectangular waveguides are difficult to couple as compared to circle। इन्हें couple करना easy है, जिवें प्लम्बिंग फ्रैक्शन करते हैं आप, ठीक है। और इतने कार्टीजन या रैक्टेंगुलर कोऑर्डिनेट सिस्टम यूज़ करते हैं रैक्टेंगुलर वेवगाइड, इतने पोलर या सिलेंड्रिकल कोऑर्डिनेट सिस्टम यूज़ करते हैं सर्कुलर वेवगाइड इक्वेशन को सॉल्व करने वास्ते। रैक्टेंगुलर वेवगाइड हैज़ लैसर क्रॉस सैक्शनल एरिया, घट आ, तो यदा इस करके बहुत सारी एप्लीकेशन में यूज़ है। यदा क्रॉस सैक्शनल एरिया मच बिगर दैन दी कॉरस्पोंडिंग रैक्टेंगुलर वेवगाइड है, यूज टू कैरी दी सेम सिग्नल, तो इस करके लिमिटेड यूज़ है सर्टन एप्लीकेशन वास्ते, ठीक है। ये वही लाइना विद रैक्टेंगुलर वेवगाइड it's possible to design the waveguide such that frequency band over which one mode propagates is as high as 2:1, and the ratio of the upper band edge to the lower band edge is 2। हाँ, इत्थे जिहड़ी रेशियो ऐदां बनदी है, it's possible to design the waveguide such that frequency band over which one mode propagate is as high as 2:1। जानी दूजे पासे इधर की है with circular waveguides highest possible bandwidth width allowing only a single mode to propagate is only देखो इतने इतना है 1.3601:1। पता लग गया, इतने सिर्फ एक मोड ਨੂੰ ही अलाउ किया जाता। सो चलो एनीवे ये जे पॉइंट याद रहूगा तो रख लो, नहीं तो कोई गल नहीं, ठीक है। दूजे पासे प्रोपेगेशन इन रैक्टेंगुलर वेवगाइड इज ईजियर टू विजुअलाइज एंड एनालाइज, ठीक है। तो प्रोपेगेशन सर्कुलर वेवगाइड थोड़ा डिफिकल्ट हो जाता विजुअलाइज ते एनालाइज करना। और रोटेशन जी एंटीना दी गुड रिजल्ट इन द रोटेशन ऑफ द इलेक्ट्रिक एंड मैग्नेटिक फील्ड प्रोड्यूसिंग अनडिजायरेबल कॉन्फिगरेशन रेक्टेंगुलर वेवगाइड व्हिच मेक्स इट एन एसिमेट्रिकल वेवगाइड। ऑब्वियसली मतलब जे असीं रेक्टेंगुलर वेवगाइड की रोटेशन करावांगे खास करके मोबाइल एंटीना दे विच, फिर वो इलैक्ट्रिक ते मैग्नेटिक फील्ड जिहड़े आ वो रैक्टेंगुलर वेवगाइड में रोटेट करके वो कॉन्फिगरेशन जो अनडिजायर्ड कॉन्फिगरेशन जो मतलब रिजल्ट अच्छा नहीं देंगे, इस करके असीं वो साडे लिए एक किस्म का एसिमेट्रिकल वेवगाइड बन जाएगा। इधरले पासे की है
Circular waveguide is symmetrical है because the rotation of the mode does not make any difference in its working. Clear? ये ਤੁਹਾਡਾ ਹੋ ਗਿਆ ਖਤਮ। ਸ਼ਾਇਦ ਇੱਕ ਅੱਧਾ ਕੋਈ ਨੂਮੈਰੀਕਲ ਹੋਏਗਾ ਤਾਂ ਨਹੀਂ, ਉਹ ਇਹਦਾ ਮਤਲਬ ਨਹੀਂ ਹੋਇਆ ਕਵਰ। ਠੀਕ ਹੈ, तो चलो जे नैक्सट टाइम आप करना तो फिर कर लवेंगे न्यूमेरिकल। हुण कल तो तुहाडे एग्जाम है। हेलो हाँ बच्चो, हाँ जी सर। वो किथे हाँ जी तुसीं सर। छड्ड के मैं देखदा चले चले जाने इधर, बोलदा नहीं कोई भी। मेरी बुक लई पहले दसो। हेलो हाँ जी सर। ये कोई भी नहीं बोलता, बाकी बोले आ, मैनूं समझ नहीं आती। बच्चे 7 बच्चे जुड़े आ, 2 अजे भी नहीं जुड़े है ना। किहड़े जुड़े 7? हर्ष, जपजीत, करण, मलिक, सोता, होर कौन है? तरन, मानव भला। ये ले आ तुसीं लेट क्यों जुड़े होए? लेट क्यों जुड़दे तुसीं हैं? ते मेरी बुक ले ਲਈ ਤੁਸੀਂ? ਆ ਸਾਰੇ ਉਹਦੇ ਵਿੱਚ ਸੋਲਵਡ ਨੂਮੈਰੀਕਲ ਆ, ਜਿੰਨੇ ਵੀ ਆ ਸਾਰੇ ਸੋਲਵਡ ਆ। ਔਰ ਇਹ ਨੂਮੈਰੀਕਲ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ, ਈਜ਼ੀਲੀ। ਨਾਲੇ ਤੁਹਾਨੂੰ ਫਾਰਮੂਲੇ ਯਾਦ ਹੋ ਜਾਣਗੇ, ਨਾਲ ਕੈਲਕੂਲੇਸ਼ਨ ਕੀਤੀ ਹੈ, ਸਾਰਾ ਕੁਝ ਈਜ਼ੀਲੀ ਸਮਝ ਆ ਜਾਏਗਾ। हेलो हाँ जी सर। कोई प्रॉब्लम, कोई पूछना मैनू, कोई क्वेश्चन, कोई डाउट पूरे चैप्टर जो ਜਾਂ ਪਿੱਛੇ ਹੋ ਵੀ, ਪਹਿਲਾ ਚੈप्टर, दूजा चैप्टर, तीजा चैप्टर, 3 चैप्टर ਹੋਏ ਅਜੇ। 15 ਮਾਰਚ ਤੋਂ ਲੈ ਕੇ ਅੱਜ 27 ਅਪ੍ਰੈਲ ਹੋ ਗਿਆ, ਜਾਨੀ 1.5 ਮਹੀਨਾ ਹੋ ਗਿਆ। ਵਿੱਚ ਛੁੱਟੀਆਂ ਬਹੁਤ ਆਈਆਂ ਨਾ, ਤਾਂ ਮੈਂ ਕਹਿੰਦਾ ਅਜੇ ਆ ਲੈਕਚਰ ਥੋੜਾ ਜਿਹਾ ਲੇਟ ਸਟਾਰਟ ਹੋਇਆ। ਤੇ ਚਲੋ ਮੈਂ ਜੇ ਕਹਿੰਦਾ ਤਾਂ ਮੈਂ ਤੁਹਾਨੂੰ ਸੌਲਡ ਨੂਮੈਰੀਕਲ ਤੁਹਾਡੇ ਕੋਲ ਹੈਗੇ ਤਾਂ ਹੈ। बुक किन्ने ने ਲਈ ਆ? मैं ले ली सर। ਬਾਕੀਆਂ ਨੇ ਨਹੀਂ ਲਈ। ਤੁਹਾਡੇ ਵਾਲੀ ਬੁੱਕ ਸਰ, ਤੁਹਾਡੇ ਵਾਲੀ ਬੁੱਕ ਲੈਣ ਗਏ ਸੀਗੇ ਨਾ, ਤੇ ਉਹ ਮਤਲਬ ਤੁਹਾਡੇ ਵਾਲੀ ਮਿਲਦੀ ਨਹੀਂ ਪਈ ਸੀਗੀ, ਤੇ ਫਿਰ ਆਪਾਂ ਨੂੰ ਕਿਹਾ ਸੀ ਮੰਗਵਾ ਦਿਓ। ਆਪਾਂ ਸਾਰੇ ਇਕੱਠੇ ਗਏ ਸੀਗੇ, ਇੱਕ ਹੀ ਮਿਲੀ ਸੀ ਮਾਨਵ ਭੱਲਾ ਨੂੰ। ਫਿਰ ਮਿਲ ਜਾਣੀ ਹੈ। ਤੁਸੀਂ ਬੁੱਕਾਂ ਦੀ ਕਿਹੜੀ ਗੱਲ ਆ? ਮਾਈ ਹੀਰਾ ਗੇਟ ਤੋਂ ਲੈ ਲਓ। ਮੰਗਵਾਈਆਂ ਸਰ, ਕਿਹਾ ਹੀ ਅੰਕਲ ਨੂੰ ਲਿਆ ਦੋਗੇ, ਆਪਾਂ ਫੇਰ ਜਾ ਆਵਾਂਗੇ ਇੱਕ ਵਾਰੀ। ਮੈਂ ਇਹ ਨਹੀਂ ਕਹਿੰਦਾ ਬੱਚੇ, ਪੇਪਰ ਇਹ ਚੋਂ ਹੀ ਆਉਂਦਾ ਸਾਰਾ, ਸਟੇਟ ਬੋਰਡ ਵਾਲਾ ਵੀ, ਫਾਈਨਲ ਵਾਲਾ ਵੀ, ਸਾਰਾ ਹੀ। ਹਾਂਜੀ ਸਰ, ਅਸੀਂ ਤਾਂ ਤੁਹਾਡੇ ਵਾਲੀ ਮੰਗਵਾਈ ਹੈ। ਈਜ਼ੀ ਕਰਕੇ ਲਿਖੀ ਬੁੱਕ, ਬੜਾ ਵਧੀਆ ਤਰੀਕੇ ਨਾਲ ਲਿਖੀ ਆ, ਅੱਛੇ ਬੁਲਟ ਵਿੱਚ ਲਿਖੀ, ਸਾਰੀ ਨੂਮੈਰੀਕਲ ਸੋਲਵ ਕੀਤੇ, ਸ਼ਾਰਟ ਆਨਸਰ ਟਾਈਪ ਕੁਐਸਚਨ ਵਿੱਚ ਪਾਏ ਆ, ਹੈ ਨਾ। ਤੇ ਪਲੱਸ ਫਿਲ ਇਨ ਦੀ ਬਲੈਂਕਸ, ਟਰੂ ਫਾਲਸ, ਮਲਟੀਪਲ ਚੋਇਸ ਕੁਐਸਚਨਸ, ਸਾਰਿਆਂ ਦੇ ਆਨਸਰ ਦਿੱਤੇ ਆ। ਔਰ ਸਾਰੇ ਚੈਪਟਰਾਂ ਦੇ ਪਿੱਛੇ ਬਰੀਫ ਸਮਰੀ ਵੀ ਦਿੱਤੀ ਆ। ਪਤਾ ਲੱਗ ਗਿਆ? ਤਾਂ ਮੈਂ ਕਹਿੰਦਾ ਸੀਗਾ ਚਲੋ ਆ ਮੈਂ ਕੁਝ, ਮੇਰੇ ਕੋਲ ਲੱਗਦਾ ਮੇਰੇ ਕੋਲ ਨੂਮੈਰੀਕਲ ਕੈਪਚਰ ਨਹੀਂ ਹੋਏ। ਉਹ ਵੈਸੇ ਮੈਂ ਤਾਂ ਉਹਦੀ ਸਕੈਨਿੰਗ ਤਾਂ ਕੀਤੀ ਸੀ, ਪਰ ਚਲੋ ਐਨੀਵੇ। ਕੋਈ ਹੋਰ ਡਾਊਟ ਬੋਲੋ? ਮਾਨਵ, ਹਰਸ਼, ਜਪਜੀਤ, ਕਰਨ? नहीं सर। नो सर। ਸਾਹਿਲ, ਕੋਈ ਪ੍ਰੋਬਲਮ? हेलो नहीं सर। नहीं। कोई प्रॉब्लम नहीं है ना। तरन? नहीं सर। मलिक शहूदा? ठीक है, चलो फिर बंद करिए फिर हुण। हाँ जी सर। इत्थे देखो कितनी जल्दी जवाब देता। उदा कोई बोलता नहीं जब मैं पूछता कुछ। सर बोल दे। जपजीत तुम ही ढिला हो गया ना दे नाल। मानव भी मैं देखा, मानव भी थोड़ा नॉन सीरियस हो गया। ठीक है, अच्छा चलो कल की तैयारी कर लेना। फिल इन दी ब्लैंक्स, ट्रू फॉल्स ही है, मतलब 1 नंबर के क्वेश्चन है, 2 मार्क्स के क्वेश्चन है, 20 क्वेश्चन पूछने 40 नंबर के। ठीक है नहीं, वो बेटे याद कर लियो, पढ़ लियो सारा। ठीक है, 3 चैप्टर में क्लीयर? हाँ जी सर। ओके चलो गुड लक। फिर मैं हुण इहदा मतलब स्टॉप करदा, फिर 7-8 मिनट पहला ही आने 2-4 न्यूमेरिकल डिस्कस कर लांदे। मैं तुहानू इदां करूंगा, इहदी फोटो खिंच के पा देवां तुहानू? हाँ जी सर, इदा कर दो। हैं न्यूमेरिकल, सॉल्व न्यूमेरिकल दी फोटो खिंच के पा देवां? हाँ जी सर। हाँ जी। आप पा देना, चलो कोई गल नहीं। ठीक है, चलो ओके बच्चों, फिर गुड लक, बेस्ट विशेस एग्जाम वास्ते भी। ओके, थैंक यू सर। स्क्रीनशॉट ले लो। हाँ जी सर, ले ले स्क्रीनशॉट। ले लिया? वो तू कभी भेजदा तां है नहीं हाँ जी मैनू। सर मैं नोट करी जाना कॉपी ते। किथे भेज दे हर सर मैं नोट करदा देना। चलो जी, ओके गुड डे। ओके।